ਸੋ ਵੈਲਕਮ ਬੈਕ ਗਾਇਸ, ਕੀ ਹਾਲ ਚਾਲ ਹੈ? ਸਭ ਤੋਂ ਪਹਿਲੇ ਸਾਰੇ ਵਧੀਆ ਹੋਵੋਗੇ। ਦੀਪ ਸਿੱਧੂ ਬਾਰੇ, ਬਾਈ ਬਾਰੇ ਸਭ ਨੂੰ ਪਤਾ ਹੀ ਹੈ, ਠੀਕ ਹੈ ਨਾ। ਉਹਨਾਂ ਦੀ ਇੱਕ ਸਪੀਚ ਆ, ਮਤਲਬ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਸੀ ਇਹ ਸਪੀਚ। ਅਤੇ ਜਿਨ੍ਹਾਂ ਲੋਕਾਂ ਨੇ ਨਹੀਂ ਸੁਣੀ ਹੈਗੀ, ਮੈਂ ਉਹਨਾਂ ਲੋਕਾਂ ਵਾਸਤੇ ਸਪੀਚ ਦੇ ਉੱਤੇ ਰਿਐਕਟ ਕਰਨ ਲੱਗਿਆ ਹੋਇਆ, ਠੀਕ ਆ। ਅਤੇ ਅੱਜ ਸੁਣੀਏ, ਮਤਲਬ ਮੈਂ ਸੁਣੀ ਹੋਈ ਇਹ ਚੀਜ਼ ਪਹਿਲਾਂ ਹੀ, ਬਟ ਮੈਂ ਫਿਰ ਵੀ ਵਿੱਚ ਆਪਣੇ ਓਪੀਨੀਅਨ ਦਿੰਦਾ ਰਹੂੰਗਾ। ਆਜੋ ਸਟਾਰਟ ਕਰੀਏ। ਤੇ ਯਾਰ ਸੇਵਾਦਾਰ ਬਣਾ ਦੇਣਾ, ਜੁਝਾਰੂ ਨਹੀਂ ਰਹਿਣ ਦੇਣਾ, ਨਾ ਮੁਸਲਮਾਨ ਕੌਮ ਨੂੰ ਰਹਿਣ ਦੇਣਾ, ਨਾ ਸਿੱਖਾਂ ਨੂੰ ਰਹਿਣ ਦੇਣਾ। ਲੋ ਨੂੰ ਲਾਂਗਰੀ ਬਣਾ ਦੇਣਾ ਤੇ ਯਾਰ ਸੇਵਾਦਾਰ ਬਣਾ ਦੇਣਾ, ਜੁਝਾਰੂ ਨਹੀਂ ਰਹਿਣ ਦੇਣਾ, ਨਾ ਮੁਸਲਮਾਨ ਕੌਮ ਨੂੰ ਰਹਿਣ ਦੇਣਾ, ਨਾ ਸਿੱਖਾਂ ਨੂੰ ਰਹਿਣ ਦੇਣਾ। ਲੋ ਆ ਤੁਸੀਂ ਮੈਨੂੰ ਆਪਦੇ ਦਿਲ ਤੋਂ ਪੁੱਛ ਲਓ, ਮੈਨੂੰ ਜਵਾਬ ਦੇਣ ਦੀ ਲੋੜ ਵੀ ਨਹੀਂ ਆ ਵੀ ਕਿਹੜੀ ਚੀਜ਼ ਸਾਡੀ ਆ, ਕਿਹੜੀ ਚੀਜ਼ ਸਾਡੇ ਗੁਰੂ ਨੇ ਸਾਨੂੰ ਦਿੱਤੀ ਆ। ਹੁਣ ਯਾਰ ਇਹਨੂੰ ਫੜਾਂਗੇ। ਵੈਸੇ ਗੱਲ ਸਹੀ ਆਉਂਦੀ ਬਿਲਕੁਲ ਬੰਦੇ ਦੀ, ਹੈ ਨਾ, ਕਿ ਸਾਡੇ ਗੁਰੂ ਨੇ ਸਾਨੂੰ ਕਿਰਪਾਨ ਦਿੱਤੀ ਹੈ, ਤਲਵਾਰ ਦਿੱਤੀ ਹੈ, ਸਾਨੂੰ ਝਾੜੂ ਨਹੀਂ ਫੜਾਇਆ, ਹੈ ਨਾ। ਸੋ ਅਸੀਂ ਐਡੇ ਵੀ ਅੰਧੇ ਨਾ ਹੋ ਜਾਈਏ। ਬਾਕੀ ਸਭ ਦੀ ਆਪਣੀ ਆਪਣੀ ਸੋਚ, ਆਪਣੇ ਆਪਣੇ ਤਰੀਕੇ ਨਾਲ ਸੋਚੋ, ਠੀਕ ਆ। ਬਾਕੀ ਇਹ ਭੁਲੇਖੇ ਕੱਢ ਦਿਓ ਕਿ ਜਿਵੇਂ ਦਿੱਲੀ 'ਚ ਵਿਕਾਸ ਹੋਇਆ ਸੀ ਉਵੇਂ ਪੰਜਾਬ 'ਚ ਹੋਊਗਾ, ਕਿਉਂਕਿ ਪੰਜਾਬ ਦੇ ਮਸਲੇ ਦਿੱਲੀ ਨਾਲੋਂ ਬਹੁਤ ਵੱਖਰੇ ਨੇ। ਪੰਜਾਬ ਦੇ ਵਿੱਚ ਪਾਣੀ ਦਾ ਮਸਲਾ, ਬਿਜਲੀ ਦਾ ਮਸਲਾ, ਧਰਮਾਂ ਦਾ ਮਸਲਾ, ਬੜਾ ਕੁਛ ਹੈ। ਦਿੱਲੀ ਵਿੱਚ ਉਹ ਮਸਲੇ ਹੈ ਨਹੀਂ ਸੀਗੇ। ਸਭ ਤੋਂ ਵੱਡੀ ਗੱਲ ਦਿੱਲੀ ਦੀ ਤਾਂ ਬਹੁਤ ਸੀ ਉਹਦੇ ਕੋਲ ਹੈ ਕਿ ਦਿੱਲੀ ਦਾ ਅੱਜ ਦਾ ਸਿਸਟਮ ਹੀ ਆਪ ਵਾਲਿਆਂ ਕੋਲ ਨਹੀਂ ਹੈਗਾ। ਤਾਂ ਉੱਥੇ CM ਹੋਵੇ ਨਾ ਹੋਵੇ ਕੋਈ ਫਰਕ ਪੈਂਦਾ ਨਹੀਂ, ਹੈ ਨਾ, ਇਹੋ ਜਿਹੀ। ਅਤੇ ਅੱਗੇ ਦੇਖੀਏ, ਮਤਲਬ ਕਾਫੀ ਹੱਦ ਤੱਕ ਮੇਰਾ ਤਾਂ ਦਿਲ ਇਹੀ ਕਹਿ ਰਿਹਾ ਸਭ ਨੂੰ ਕਿ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਈ ਜਾਵੇ। ਬਾਕੀ ਅੱਗੇ ਤੁਹਾਡੇ 'ਤੇ ਜਿਵੇਂ ਤੁਹਾਡਾ ਦਿਲ ਕਰਦਾ ਬਈ, ਠੀਕ ਹੈ। ਆਪਾਂ ਕਿਸੇ ਨੂੰ ਕੁਛ ਕਹਿ ਨਹੀਂ ਸਕਦੇ ਹੈਗੇ। ਫਿਰ ਤਾਂ ਸ਼ਰਮ ਨਾਲ ਹੀ ਮਰ ਜੀਏ ਅਸੀਂ, ਫਿਰ ਤਾਂ ਫੜਨਾ ਤਾਂ ਬਾਈ ਜੀ ਇਹਨੂੰ ਹੀ ਪਊਗਾ। ਇਸ ਨੂੰ ਆਪਦਾ ਸਰੀਰ ਦਾ ਅੰਗ ਬਣਾਉਣਾ ਪਊਗਾ। ਇਹੀ ਗੁਰੂ ਸਾਹਿਬ ਨੇ ਸਾਨੂੰ ਪਛਾਣ ਦਿੱਤੀ ਆ। ਜਿਹੜੇ ਕਹਿੰਦੇ ਆ ਨਾ ਹਥਿਆਰਾਂ ਦੀ ਲੜਾਈ ਨਹੀਂ ਆ, ਇੱਕ ਗੱਲ ਆਪਾਂ ਸਮਝ ਲਈਏ, ਜੇ ਹਥਿਆਰਾਂ ਦੀ ਲੜਾਈ ਨਹੀਂ ਆ ਤਾਂ ਹਿੰਦੁਸਤਾਨ ਆਪਦੀ ਆਰਮੀ ਤੇ, ਆਪਦੀ 에ਅਰਫੋਰਸ ਤੇ, ਆਪਦੀ ਨੇਵੀ ਤੇ ਇੰਨੇ ਪੈਸੇ ਕਿਉਂ ਲਾਉਂਦਾ, ਐਡਾ ਵੱਡਾ ਡਿਫੈਂਸ ਬਜਟ ਕਿਉਂ ਰੱਖਦਾ। ਵਾਹਿਗੁਰੂ ਜੀ ਕੀ ਫਤਿਹ। ਮੁਸਲਮਾਨ ਭਰਾਵਾਂ ਵਾਸਤੇ ਸਲਾਮ ਵਾਲੇਕੁਮ ਤੇ ਰਾਮ ਰਾਮ। ਸਾਡੇ ਹਿੰਦੂ ਭਾਈਆਂ ਵਾਸਤੇ, ਪਿੰਡਾਂ 'ਚ ਸਾਡੇ ਮਹਾਜਨ ਹੁੰਦੇ ਆ, ਹਰ ਪਿੰਡ 'ਚ ਕੁਝ ਪਰਿਵਾਰ ਹੁੰਦੇ ਆ, ਸਾਡੇ ਹੀ ਹੁੰਦੇ ਆ ਉਹ ਵੀ। ਪਰ ਬਾਈ ਜੀ ਨੇ ਇੱਕ ਗੱਲ ਕਹੀ ਵੀ ਤੁਸੀਂ ਰਹਿਣੀ ਹੋ, ਅਸਲ ਪਰਿਵਾਰ ਤਾਂ ਸਾਡਾ ਆ ਬੈਠਾ। ਸੋ ਜਿਹੜੀਆਂ ਮੇਰੇ ਰਿਸ਼ਤੇ ਸੀ, ਮੇਰੀ ਦੋਸਤੀ ਸੀ, ਜਾਂ ਕਿਸੇ ਤਰ੍ਹਾਂ ਦੀਆਂ ਰਿਸ਼ਤੇਦਾਰੀਆਂ ਵੀ ਸੀ, ਉਹ ਝੂਠੀਆਂ ਸੀ। ਝੂਠੀਆਂ ਇਹ ਸਾਬਤ ਹੋਈਆਂ ਜਦੋਂ ਕੋਈ ਇਤਿਹਾਸ ਦੇ ਉਹ ਮੋੜ ਆਉਂਦੇ ਆ ਜਿਨ੍ਹਾਂ ਮੋੜਾਂ ਤੋਂ ਸਮਾਂ ਬੜਾ ਕ੍ਰਾਈਸਿਸ 'ਚ ਆ ਜਾਂਦਾ। ਕਈ ਵਾਰੀ ਇਤਿਹਾਸ ਦੇ ਇਹੋ ਜਿਹੇ ਰੌਂ ਵਹਿੰਦੇ ਆ ਵੀ ਸਮੇਂ ਸਾਲਾਂ ਬੱਧੀ ਸਾਲ ਲੰਘ ਜਾਂਦੇ ਆ, ਦਹਾਕੇ ਲੰਘ ਜਾਂਦੇ ਆ, ਪਰ ਫੇਰ ਵੀ ਕੋਈ ਬਹੁਤ ਵੱਡਾ ਮੋੜ ਜਾਂ ਬਹੁਤ ਵੱਡਾ ਕ੍ਰਾਈਸਿਸ ਕੌਮਾਂ ਤੇ ਨਹੀਂ ਆਉਂਦਾ ਜਾਂ ਪੰਥ ਤੇ ਨਹੀਂ ਆਉਂਦਾ। ਕਈ ਵਾਰੀ ਏਡਾ ਟਰਬੂਲੈਂਟ ਪੀਰੀਅਡ ਜਿਹਦੇ ਚੋਂ ਤੱਤੀਆਂ ਹਵਾਵਾਂ ਵਗਦੀਆਂ ਉਹ ਆਉਂਦਾ, ਤੇ ਕੌਮਾਂ ਤੇ ਮਹੀਨੇ ਜਾਂ ਸਾਲ ਦੇ ਅੰਦਰ ਹੀ ਦਹਾਕਿਆਂ ਦਾ ਜਿਹੜਾ ਇੱਕ ਲੰਘਾ ਉਹ ਸਮਾਂ ਲੰਘ ਜਾਂਦਾ। ਕਿਸਾਨੀ ਸੰਘਰਸ਼ ਸਾਡੇ ਨਾਲ ਆਹੀ ਹੋਇਆ। ਅਸਲ ਪਰਖ 26 ਜਨਵਰੀ ਤੋਂ ਬਾਅਦ ਸ਼ੁਰੂ ਹੋਈ। ਅਸਲ ਸੰਘਰਸ਼ ਵੀ 26 ਜਨਵਰੀ ਤੋਂ ਬਾਅਦ ਸ਼ੁਰੂ ਹੋਇਆ। ਕਿਹੜਾ ਪੰਜਾਬ ਪੱਖੀ ਖੜਦਾ, ਕਿਹੜਾ ਪੰਥ ਪੱਖੀ ਖੜਦਾ, ਤੇ ਕਿਹੜਾ ਦੂਜੇ ਪਾਸੇ ਸਰਕਾਰ ਦੀ ਬੋਲੀ ਬੋਲਦਾ। ਇਹ ਗੱਲ ਪ੍ਰਤੱਖ ਹੋ ਗਈ ਜਦੋਂ ਦੇਖੋ, ਮਤਲਬ ਮੈਂ ਤਾਂ ਇਸ ਗੱਲ 'ਤੇ ਵੀ ਬਿਲਕੁਲ ਹੱਕ 'ਚ ਆ, ਅਤੇ ਮੈਂ ਬਿਲਕੁਲ ਇਸ ਗੱਲ ਨੂੰ ਕਹੂੰਗਾ ਕਿ ਦੀਪ ਵੀਰੇ ਦਾ ਮਰਡਰ ਹੋਇਆ, ਠੀਕ ਆ। ਤੁਸੀਂ ਉਹਨਾਂ ਦੀ ਡੈੱਡ ਬੋਡੀ ਦੇਖ ਲਓ, ਕੁਛ ਵੀ ਦੇਖ ਲਓ, ਠੀਕ ਆ। ਈਵਨ ਕਿ ਜਿਹੜੀ ਉਹਨਾਂ ਦੇ ਨਾਲ ਉਹਨਾਂ ਦੀ
ਬੈਠੇ ਸੁਰਾਂ ਨਾਲ ਰੀਨਾ ਹੋ ਜੋ ਵੀ ਉਹਨਾਂ ਦੀ ਗਰਲਫ੍ਰੈਂਡ ਸੀ ਜਾਂ ਜਿਵੇਂ ਵੀ ਸੀਗੇ, ਉਹਨਾਂ ਨੇ ਵੀ ਇਹ ਗੱਲ ਬੋਲੀ ਹੈ ਕਿ ਜੋ ਟਰੱਕ ਵਾਲਾ ਸੀ ਅੱਗੇ ਲੋ ਬਹੁਤ ਰੈਸ਼ ਡਰਾਈਵ ਕਰ ਰਿਹਾ ਸੀ, ਟਰੱਕ ਖੜਾ ਨਹੀਂ ਸੀ, ਜਿਵੇਂ ਕਿ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਹੈ ਜਾਂ ਨਿਊਜ਼ ਚੈਨਲਸ ਦਿਖਾ ਰਹੇ ਕਿ ਟਰੱਕ ਖੜਾ ਨਹੀਂ ਸੀਗਾ, ਸੌਰੀ ਠੀਕ ਹੈ, ਟਰੱਕ ਚੱਲ ਰਿਹਾ ਸੀਗਾ ਅਤੇ ਉਹਦੇ ਵਿੱਚ ਟਰੱਕ ਵਾਲੇ ਨੇ ਬ੍ਰੇਕ ਮਾਰੀ ਹੈ, ਟਰੱਕ ਦੀ ਬ੍ਰੇਕਾਂ ਦੇ ਸੜਕ ਦੇ ਉੱਤੇ ਨਿਸ਼ਾਨ ਵੀ ਨੇ ਪਤਾ ਨਹੀਂ ਕਿੰਨੇ ਫੁੱਟ ਲੰਬੇ, ਕਹਿੰਦੇ ਨਿਸ਼ਾਨ ਨੇ ਪਤਾ ਨਹੀਂ 30 ਫੁੱਟ ਕਹਿੰਦਾ, ਕੋਈ 50 ਫੁੱਟ ਕਹਿੰਦਾ, ਇੰਨੇ ਲੰਬੇ ਨਿਸ਼ਾਨ ਨੇ ਸੜਕ ਅਤੇ ਟਰੱਕ ਦੀ ਬ੍ਰੇਕ ਲਾਏ ਦੇ ਕਿ ਇੱਕੋਦਮ ਗੱਡੀ ਆ ਕੇ ਵਿੱਚ ਵੱਜੀ, ਠੀਕ ਆ। ਉਸ ਤੋਂ ਬਾਅਦ ਵੀ ਕਿਸੇ ਵੀ ਤਰੀਕੇ ਨਾਲ ਐਕਸੀਡੈਂਟ ਹੋਇਆ ਹੋਵੇ, ਕੁਛ ਵੀ ਹੋਇਆ ਹੋਵੇ, ਬੋਡੀ ਘੁੰਮ ਕੇ ਪਿਛਲੇ ਪਾਸੇ ਨੂੰ ਸੀਟ 'ਤੇ ਪੁੱਠੀ ਨਹੀਂ ਪਈ ਜਾ ਸਕਦੀ ਹੈ ਨਾ। ਸੋ ਏਅਰ ਬੈਗ ਨਹੀਂ ਖੁੱਲਿਆ ਮੰਨ ਲੈਂਦੇ ਹਾਂ, ਠੀਕ ਹੈ ਕਿ ਚੱਲ ਉੱਪਰ ਵੱਜਿਆ ਗੱਡੀ ਦੇ, ਠੀਕ ਹੈ ਟਰੱਕ, ਪਰ ਕਿਸੇ ਵੀ ਤਰੀਕੇ ਨਾਲ ਬੋਡੀ ਪਿੱਛੇ ਨੂੰ ਘੁੰਮ ਨਹੀਂ ਸਕਦੀ ਹੈਗੀ। ਸੋ ਮੈਨੂੰ ਮੇਰਾ ਦਿਲ ਇਹ ਕਹਿੰਦਾ ਕਿ ਐਕਸੀਡੈਂਟ ਹੋਣ ਤੋਂ ਬਾਅਦ ਵੀ ਕੁਛ ਐਸਾ ਹੋਇਆ ਹੈ ਜੋ ਅਜੇ ਤੱਕ ਸਾਨੂੰ ਨਹੀਂ ਪਤਾ, ਜਿਸ ਕਰਕੇ ਬੋਡੀ ਪੁੱਠੀ ਹੋਈ ਹੈ ਜਾਂ ਕਿਵੇਂ ਕੀਤਾ ਗਿਆ, ਕੀ ਕੀਤਾ ਗਿਆ, ਠੀਕ ਆ। ਕਿ ਜੇ ਤਾਂ ਬੋਡੀ ਐਕਚੁਅਲ 'ਚ ਪੁੱਠੀ ਸੀਗੀ ਫਿਰ ਤਾਂ ਜਿਨ੍ਹਾਂ ਨੇ ਬੋਡੀ ਕੱਢੀ ਹੈ, ਕਿਉਂਕਿ ਪਿਛਲੀ ਵਾਰੀ ਖੁੱਲਦੀ ਸੀ ਕਹਿੰਦੇ ਗੱਡੀ ਦੀ, ਸੋ 1.5 ਮਿੰਟ ਦੇ ਵਿੱਚ ਜਾਂ 2 ਮਿੰਟਾਂ ਦੇ ਵਿੱਚ ਕਹਿੰਦੇ ਬੋਡੀ ਬਾਹਰ ਕੱਢੀ ਜਾ ਸਕਦੀ ਸੀ, ਪਰ ਬੋਡੀ ਬਾਹਰ ਕੱਢਣ 'ਤੇ ਇਹਨਾਂ ਨੂੰ 1.5 ਘੰਟਾ ਲੱਗਿਆ। ਕੁਛ ਤਾਂ ਹੈ ਨਾ, ਕੋਈ ਤਾਂ ਗੱਲ ਹੈ ਜਿਹੜੀ ਵਿੱਚ ਹੈ। ਬਾਕੀ ਯਾਰ ਜਦੋਂ ਕੋਈ ਆਪਣੀ ਕੌਮ ਲਈ ਜਾਂ ਜਦੋਂ ਕੋਈ ਐਕਚੁਅਲ 'ਚ ਸੱਚਾ ਬੰਦਾ ਖੜਾ ਹੁੰਦਾ, ਉਹਨੂੰ ਪਹਿਲਾਂ ਤਾਂ ਲੋਕੀ ਗਾਲਾਂ ਕੱਢਦੇ ਨੇ, ਫਿਰ ਉਹਦੇ ਮਰੇ 'ਤੇ ਉਹਨੂੰ ਰੱਬ ਬਣਾ ਲੈਂਦੇ ਨੇ, ਫਿਰ ਉਸ ਤੋਂ ਬਾਅਦ ਥੋੜ੍ਹੇ ਟਾਈਮ ਲਈ ਉਹਨੂੰ ਪੂਜਦੇ ਨੇ, ਸਭ ਕੁਛ ਕਰਦੇ ਨੇ, ਫਿਰ ਉਸ ਤੋਂ ਬਾਅਦ ਉਹਨੂੰ ਫਿਰ ਭੁੱਲ ਜਾਂਦੇ ਨੇ। ਸਾਡੇ ਪੰਜਾਬ ਦਾ ਹੀ ਇਤਿਹਾਸ ਰਿਹਾ, ਅਸੀਂ ਕਦੇ ਵੀ ਟਾਈਮ ਸਿਰ ਕਿਸੇ ਬੰਦੇ ਨੂੰ ਨਹੀਂ ਸਮਝਦੇ। ਹੁਣ ਅੱਜ ਦੀਪ ਹੋਈ ਪਈ ਹੈ ਸਾਰੇ ਪਾਸੇ, ਠੀਕ ਆ, ਪਰ ਜੇ ਉਦੋਂ ਜਿਉਂਦਾ ਹੁੰਦਾ, ਉਦੋਂ ਕਾਸ਼ ਇੱਦਾਂ ਦੀਪ ਹੋ ਗਈ ਹੁੰਦੀ ਤਾਂ ਗੱਲ ਕੋਈ ਹੋਰ ਹੋਣੀ ਸੀ। ਸ਼ਾਇਦ ਪੰਜਾਬ ਦੇ ਜਵਾਨ ਹੋਰ ਵਧੀਆ ਤਰੀਕੇ ਨਾਲ ਅੱਜ ਖੁਸ਼ ਹੁੰਦੇ, ਰੋ ਨਾ ਰਹੇ ਹੁੰਦੇ। ਇੰਨਾ ਘੱਟ ਕਿਸੇ ਦੀ ਮੌਤ 'ਤੇ ਮੈਂ ਦੇਖਿਆ ਨਹੀਂ ਅੱਜ ਤੱਕ। ਮੈਂ ਆਪਣੇ ਜਿਉਂਦੇ ਜੀ 21-22 ਸਾਲ ਹੋ ਗਏ ਮੈਨੂੰ, ਅੱਜ ਤੱਕ ਕਿਸੇ ਦੀ ਮੌਤ 'ਤੇ ਇੰਨਾ ਘੱਟ ਨਹੀਂ ਦੇਖਿਆ। ਗਾਣਾ ਸੀ ਨਾ ਅਰਜਨ ਢਿੱਲੋਂ ਦਾ ਕਿ ਮੇਰੇ ਮਰੇ ਤੇ ਘੱਟ ਦੇਖੀ, ਬਸ ਉਹ ਚੀਜ਼ ਕਰ ਗਿਆ, ਸੱਚੀ ਗੱਲ ਹੈ। 26 ਨਵੰਬਰ ਨੂੰ ਗਏ ਸੀ, 26 ਨਵੰਬਰ ਨੂੰ ਸਾਡੀ ਲੀਡਰਸ਼ਿਪ ਨੇ ਸਰਕਾਰ ਦੀ ਬੋਲੀ ਲੋਕ ਕੀ ਕਹਿ ਰਹੇ ਆ ਵੀ ਦਿੱਲੀ ਚੱਲੋ। ਸ਼ੰਭੂ ਮੋਰਚੇ ਤੋਂ ਪੱਟ ਕੇ ਲੋਕਾਂ ਨੇ ਬੈਰੀਕੇਡ ਘੱਗਰ ਦਰਿਆ 'ਚ ਸਿੱਟੇ ਤੇ ਰਾਜੇਵਾਲ ਸਾਹਿਬ ਉਸੇ ਮੋਰਚੇ 'ਚ ਖੜੇ ਹੋ ਕੇ ਕਹਿ ਰਹੇ ਆ ਉਹ ਬਹਿ ਜਾਓ ਬੇੜਾ ਗਰਕ ਕਰਤਾ ਤੁਸੀਂ ਕਿਸਾਨੀ ਸੰਘਰਸ਼ ਦਾ, ਬਹਿ ਜਾਓ ਇੱਥੇ, ਨਾ ਪੱਟੋ ਜਿਹੜੇ ਉਹਨਾਂ ਨੇ ਬੈਰੀਕੇਡ ਲਾਏ ਹੋਏ ਸੀ। ਉਹ ਰਾਜੇਵਾਲ ਤਾਂ ਡੰਗਰ ਬੰਦਾ, ਆਪਾਂ ਤਾਂ ਉਹਦੇ ਥੂ ਆਇਆ ਐਸੇ ਬੰਦੇ ਤੇ, ਸਿੱਧੀ ਜੀ ਗੱਲ ਹੈ। ਤੇ ਸੰਗਤ ਨੇ ਜਾ ਕੇ ਜਿਹੜੇ ਡੇਰੇ ਲਾਏ ਉਹ ਲਾਤੇ ਸਿੰਘੂ ਬਾਰਡਰ, ਉਧਰੋਂ ਫਿਰ ਬਾਅਦ 'ਚ ਉਗਰਾਹਾਂ ਉਹ ਬੈਠੇ ਸੀ ਟਿਕਰੀ ਤੇ, ਉੱਥੇ ਬੈਠੇ ਰਹੇ 2 ਦਿਨ। ਜਦੋਂ ਲੋਕਾਂ ਨੇ ਗਾਲਾਂ ਕੱਢੀਆਂ ਤਾਂ ਲੱਤਾਂ ਘੜੀਸ ਤੇ ਫਿਰ ਉਹ ਟਿਕਰੀ ਬਾਰਡਰ ਪਹੁੰਚੇ। ਜੋਗਿੰਦਰ ਯਾਦਵ ਜੀ ਨੂੰ ਹਰ ਮੀਟਿੰਗ 'ਚ ਵਿੱਚ ਪਾਉਂਦੇ ਸੀ ਉਹ ਸਰਕਾਰ ਦੀ ਪੁਲਿਸ ਦੀ ਗੱਡੀ 'ਚ ਬੈਠ ਕੇ ਆਇਆ ਤੇ ਸਾਨੂੰ ਕਹਿਣ ਲੱਗ ਗਿਆ ਵੀ ਬਰਾੜੀ ਆ ਜਾਓ, ਬਰਾੜੀ ਗਰਾਊਂਡ ਆ ਜਾਓ, ਜਿਹੜੀ ਇੱਕ ਓਪਨ ਜੇਲ੍ਹ ਬਣਾ ਰੱਖੀ ਸੀ। ਤੇ 26 ਨਵੰਬਰ ਨੂੰ ਆਹ ਸਭ ਕੁਝ ਚੱਲਿਆ। ਸਰਕਾਰ ਦੀ ਉਹੀ ਗੱਲ ਅਮਿਤ ਸ਼ਾਹ ਕਹਿ ਰਿਹਾ 26 ਨਵੰਬਰ ਨੂੰ ਵੀ ਇਹਨਾਂ ਨੂੰ ਬਰਾੜੀ ਗਰਾਊਂਡ ਬੁਲਾ ਲਓ। ਅੱਛਾ, ਉਹਨੇ ਲਾਈਵ ਹੋ ਕੇ ਕਹੀ ਉਹੀ ਗੱਲ ਰਾਜੇਵਾਲ ਸਾਹਿਬ ਯੋਗਿੰਦਰ ਯਾਦਵ ਕਹਿ ਰਹੇ ਆ, ਜਿਹੜੇ ਕਿਸਾਨੀ ਸੰਘਰਸ਼ ਦੇ ਲੀਡਰ ਸੀ, ਮੋਹਰੀ ਸੀ। ਤੇ 26 ਜਨਵਰੀ ਨੂੰ ਕੀ ਹੋਇਆ? ਸੰਗਤ ਹਜ਼ਾਰਾਂ ਦੀ ਗਿਣਤੀ 'ਚ ਲਾਲ ਕਿਲੇ ਪਹੁੰਚ ਗਈ। ਖਾਲਸਾਈ ਨਿਸ਼ਾਨ ਸਾਹਿਬ ਝੂਲੇ, ਕਿਸਾਨੀ ਝੰਡਾ ਝੂਲਿਆ ਉੱਥੋਂ, ਪਰ ਫੇਰ ਮੁੱਕਰ ਗਏ। ਇਹ ਤਾਂ ਸਾਡੇ ਬੰਦੇ ਹੀ ਨਹੀਂ ਆ, ਇਹ ਤਾਂ ਗਦਾਰ ਆ ਜਿਹੜੇ ਉੱਥੇ ਪਹੁੰਚੇ ਆ, ਤੇ ਸਾਡੇ ਬੰਦੇ ਵਾਪਸ ਆ ਜਾਓ। ਰਾਜੇਵਾਲ ਸਾਹਿਬ ਦੀ ਆਪਦੀ ਜਥੇਬੰਦੀ ਦਾ ਝੰਡਾ ਚੜਿਆ ਉੱਥੇ, ਕਦੇ ਨਹੀਂ ਉਹ ਗੱਲ ਪ੍ਰਚਾਰੀ ਗਈ, ਕਦੇ ਨਹੀਂ ਦਿਖਾਈ ਗਈ। ਕਿਸਾਨੀ ਝੰਡਾ ਚੜਿਆ, ਕਿਸੇ ਨੇ ਗੱਲ ਹੀ ਨਹੀਂ ਕੀਤੀ। ਸਾਰਾ ਦੁੱਖ ਨਿਸ਼ਾਨ ਸਾਹਿਬ ਦਾ ਬਹੁਤ ਜ਼ਿਆਦਾ ਹੋਇਆ ਨਾ, ਸਾਰਾ ਦੋਸ਼ ਨਿਸ਼ਾਨ ਸਾਹਿਬ ਤੇ ਮੜਤਾ ਲਿਆ ਕੇ। ਹੁਣ ਇਹ ਜਿਹੜੀਆਂ ਉਹਦੇ ਵੀ ਸਰਕਾਰ ਦੀ ਬੋਲੀ ਸਰਕਾਰ ਜੋ ਚਾਹੁੰਦੀ ਸੀ ਉਹੀ ਬੋਲੀ ਤੇ ਆਪਦੇ ਬੰਦਿਆਂ ਨੂੰ ਗਦਾਰੀ ਦੇ ਸਰਟੀਫਿਕੇਟ, ਆਪਦੇ ਬੰਦਿਆਂ ਨੂੰ ਮੋਰਚੇ ਨੂੰ ਦੋ ਫਾੜ ਕਰਨ ਦੇ ਸਰਟੀਫਿਕੇਟ ਇਹ ਵੰਡਤੇ। ਕੇਸ ਸਾਡੇ ਤੇ ਪਹਿਲਾਂ ਕੋਈ ਕੇਸ ਨਹੀਂ ਪਿਆ ਸੀ, ਜਦੋਂ ਸਾਡੇ ਲੀਡਰ ਸਾਡੇ ਵਿਰੁੱਧ ਹੋ ਗਏ ਤੇ ਉਹਨਾਂ ਨੇ ਅਗਲੇ ਨੇ ਚੱਕ ਕੇਸ ਪਾਤੇ। ਅੱਜ ਦੇ ਦਿਨ ਮੇਰੀ ਗ੍ਰਿਫਤਾਰੀ ਦਿਖਾਈ ਸੀ, ਪੇਸ਼ ਹੋ ਗਿਆ ਸੀ, ਮੈਂ ਪੇਸ਼ ਹੋਇਆ, ਫੜਿਆ ਤਾਂ ਗਿਆ ਨਹੀਂ, ਛਾਪੇ ਬਹੁਤ ਮਾਰੇ ਇਹਨਾਂ ਨੇ। ਫਿਰ ਮੈਂ ਪੇਸ਼ ਹੋਇਆ ਜਦੋਂ ਜਾ ਕੇ ਉਹਨਾਂ ਨੇ 9 ਤਰੀਕ ਤੱਕ ਮੇਰੀ ਗ੍ਰਿਫਤਾਰੀ ਨਹੀਂ ਦਿਖਾਈ। ਅੱਜ ਉਹਨਾਂ ਨੇ ਗ੍ਰਿਫਤਾਰੀ ਦਿਖਾਈ ਮੇਰੀ ਸਵੇਰੇ। ਹੁਣੇ ਆਉਂਦੇ ਅਸੀਂ ਇਹ ਗੱਲ ਕਰ ਰਹੇ ਸੀ ਤੇ ਇਸ ਗੱਲ ਚੋਂ ਜੋ ਗੱਲ ਮੇਰੇ ਜ਼ਿਹਨ 'ਚ ਆਈ ਉਹ ਇਹ ਆਈ
ਵੀ ਜਿਹੜੀ ਮਾਨਸਿਕ ਗੁਲਾਮੀ ਆ ਨਾ ਸਾਡੇ ਤੇ, ਸਾਡੇ ਲੀਡਰਾਂ ਤੇ, ਉਹ ਇੰਨਾ ਗਲਬਾ ਪਾ ਚੁੱਕੀ ਆ ਵੀ ਉਸ ਮਾਨਸਿਕ ਗੁਲਾਮੀ ਚੋਂ ਨਾ ਲੋਕ ਨਿਕਲਦੇ ਆ, ਨਾ ਲੀਡਰ ਨਿਕਲਦੇ ਆ। ਜਦੋਂ ਕਿਤੇ ਕ੍ਰਾਈਸਿਸ ਆਉਂਦਾ, ਜਿਹੜੀ ਬੋਲੀ ਸਰਕਾਰ ਬੋਲਦੀ ਆ ਉਹੀ ਬੋਲਣ ਲੱਗ ਜਾਂਦੇ ਆ। ਉਦੋਂ ਹੀ ਭਗਵੰਤ ਮਾਨ ਹਿੰਦੀ ਚ ਟਵੀਟ ਕਰਨ ਲੱਗ ਜਾਂਦਾ। ਸਹੀ ਹੈ। ਕਾਰਾਂ ਭਜਾਉਂਦੇ ਆ, ਦਿੱਲੀ ਨੂੰ ਜਾ ਵੱਜਦੇ ਆ। ਫਿਰ ਪੰਜਾਬ ਦੀ ਕਾਹਦੀ ਸਿਆਸਤ? ਮੈਨੂੰ ਤਾਂ ਇਹ ਗੱਲ ਹੀ ਨਹੀਂ ਸਮਝ ਆਉਂਦੀ ਕਿ ਕੁਛ ਵੀ ਹੋ ਜੇ ਇੰਡੀਆ ਦੇ ਕਿਸੇ ਵੀ ਸਟੇਟ ਦੇ ਵਿੱਚ, ਅਸੀਂ ਦਿੱਲੀ ਵੱਲ ਕਿਉਂ ਭੱਜਦੇ ਆ? ਮਤਲਬ ਫਿਰ ਸਟੇਟ ਦੇ ਵਿੱਚ ਹਰ ਸਟੇਟ ਦੇ ਵਿੱਚ ਵੀ ਕੋਈ ਨਾ ਕੋਈ ਸੈਕਟਰੀਏਟ ਜਾਂ ਕੁਝ ਬਣਾਇਆ ਹੁੰਦਾ ਰਿਹਾ, ਜਿੱਥੇ ਬਹਿ ਕੇ ਸੀਐਮ ਬਹਿੰਦਾ ਜਾਂ ਕੁਛ ਹੈ, ਸੀਐਮ ਹਾਊਸ ਕਹਿੰਦੇ ਨੇ ਜਿਹਨੂੰ ਆਪਾਂ। ਜੇ ਹਰ ਇੱਕ ਚੀਜ਼ ਵਾਸਤੇ ਸੀਐਮ ਨੂੰ ਪਹਿਲਾਂ ਪੀਐਮ ਕੋਲ ਭੱਜਣਾ ਹੈ ਜਾਂ ਉਹਦੇ ਪਾਰਟੀ ਦੇ ਹੈੱਡ ਕੋਲ ਭੱਜਣਾ ਹੈ, ਕਿਆ ਹੋ ਰਿਹਾ? ਮਤਲਬ ਇਹ ਕਿਉਂ ਇੰਨਾ ਟੱਟੀ ਸਿਸਟਮ ਬਣਾ ਰੱਖਿਆ ਹੈ, ਕੀ ਕਰ ਰੱਖਿਆ ਹੈ? ਬਾਕੀ ਇਸ ਵੀਡੀਓ ਥੱਲੇ ਵੀ ਗਾਲਾਂ ਆਉਣਗੀਆਂ, ਠੀਕ ਹੈ। ਕੱਲ ਇੱਕ ਗੀਤ ਪੋਸਟ ਕੀਤਾ ਸੀ, ਉਹਦੇ ਥੱਲੇ ਵੀ ਲੋਕਾਂ ਨੇ ਗਾਲਾਂ ਹੀ, ਮਤਲਬ ਬਥੇਰੇ ਹੈਗੇ, ਕਈ ਕਰਦੇ ਨੇ ਬਾਈ ਖਾਲਿਸਤਾਨੀ ਹੈ, ਖਾਲਿਸਤਾਨੀ ਉਹ, ਠੀਕ ਆ। ਅਸੀਂ ਖਾਲਿਸਤਾਨੀ ਮੰਗਦੇ ਨਹੀਂ, ਠੀਕ ਆ। ਅਸੀਂ ਖਾਲਿਸਤਾਨ ਮੰਗਦੇ ਨਹੀਂ। ਅਸੀਂ ਇਹ ਕਹਿੰਦੇ ਹਾਂ ਕਿ ਜੇ ਤੁਸੀਂ ਬਾਈ ਸਾਨੂੰ ਸੇਮ ਨਹੀਂ ਰੱਖ ਸਕਦੇ, ਜੇ ਤੁਸੀਂ ਸਾਨੂੰ ਮਾਈਨੋਰਿਟੀ ਚੋਂ ਮੈਜੋਰਿਟੀ ਦੇ ਵਿੱਚ, ਯਾਨੀ ਕਿ ਇਕੁਅਲ, ਠੀਕ ਹੈ, ਜੇ ਮੈਜੋਰਿਟੀ ਜਿਵੇਂ ਹਿੰਦੂ ਆ ਉਹ ਇੱਥੇ ਨੇ, ਤਾਂ ਸਿੱਖਾਂ ਨੂੰ ਵੀ ਇੱਥੇ ਰੱਖੋ, ਆਪਣੇ ਨਾਲ ਰੱਖੋ, ਮੁਸਲਮਾਨਾਂ ਨੂੰ ਵੀ ਇੱਥੇ ਰੱਖੋ, ਸਭ ਨੂੰ ਇੱਕੋ ਰੱਖੋ, ਠੀਕ ਹੈ। ਨਹੀਂ ਤਾਂ ਫਿਰ ਸਾਨੂੰ ਅਲੱਗ ਕਰ ਦਿਓ। ਕਈ ਵਾਰੀ ਮੈਂ ਇਹੋ ਜਿਹੀ ਵੀਡੀਓ ਸੁਣਦਾ ਜਾਂ ਕੁਝ ਆਡੀਓ ਆਉਂਦੀਆਂ ਨੇ, ਉੱਥੇ ਲੋਕੀ ਬੋਲ ਰਹੇ ਹੁੰਦੇ ਕਿ ਜੇ ਸਿੱਖਾਂ ਨੂੰ ਇੰਨੀ ਤਕਲੀਫ ਹੈ ਤਾਂ ਉਹ ਦੇਸ਼ ਛੱਡ ਜਾਣ। ਬਈ ਅਸੀਂ ਤਾਂ ਆਪ ਹੀ ਕਹਿ ਰਹੇ ਕਿ ਸਾਨੂੰ ਅੱਡ ਕਰ ਦਿਓ ਫਿਰ, ਹੈ ਨਾ। ਕਿਉਂਕਿ ਸਾਨੂੰ ਜੇ ਤੁਸੀਂ ਇਕੁਅਲ ਨਹੀਂ ਰੱਖਣਾ ਚਾਹੁੰਦੇ, ਨਾ ਅਸੀਂ ਉੱਪਰ ਹੋਣਾ ਚਾਹੁੰਦੇ ਨਾ ਥੱਲੇ ਹੋਣਾ ਚਾਹੁੰਦੇ, ਸਾਨੂੰ ਇਕੁਅਲ ਕਰ ਲਓ, ਬਹੁਤ ਹੈ ਸਾਡੇ ਵਾਸਤੇ, ਠੀਕ ਆ। ਅਸੀਂ ਜਿਵੇਂ ਜੀਣਾ ਚਾਹੁੰਦੇ ਸਾਨੂੰ ਉਵੇਂ ਜੀਣ ਦਿਓ। ਜਦੋਂ ਯਾਰ ਬੜਾ ਕੁਛ ਸੱਚੀ ਗੱਲ ਸਮਝਦਾ, ਛੋਟੀ ਛੋਟੀ ਚੀਜ਼ਾਂ ਨੇ, ਬਟ ਉਹ ਸੋਚਿਆ ਜਾਵੇ ਤਾਂ ਬਹੁਤ ਵੱਡਾ ਮੁੱਦਾ ਹੈ। ਪੰਜਾਬ ਦਾ ਕਾਹਦਾ ਆਪਦਾ ਪੰਜਾਬ ਪੱਖੀ ਕੋਈ ਮਾਡਲ ਹੋਇਆ ਸਿਆਸਤ ਦਾ, ਅਸੀਂ ਤਾਂ ਸਿਰਜ ਹੀ ਨਹੀਂ ਸਕੇ, ਕਿਉਂਕਿ ਸਾਨੂੰ ਸਾਡੇ ਆਗੂਆਂ ਦੀ ਪਛਾਣ ਨਹੀਂ ਤੇ ਸਾਨੂੰ ਸਾਡੇ ਦੁਸ਼ਮਣ ਦੀ ਪਛਾਣ ਵੀ ਹੈ ਨਹੀਂ। ਹੁਣ ਇਹ ਗੱਲ ਤੋਂ ਮੈਂ ਤੁਹਾਨੂੰ 18ਵੀਂ ਸਦੀ 'ਚ ਲੈ ਕੇ ਜਾਂਦਾ। ਜਦੋਂ ਸਿੰਘ ਆਪਦੇ ਘਰ-ਬਾਰ ਛੱਡ ਜੰਗਲਾਂ 'ਚ ਗਏ ਨਾ, ਘੋੜਿਆਂ ਦੀਆਂ ਕਾਠੀਆਂ ਤੇ ਰਹੇ, ਉਹ ਇਸ ਕਰਕੇ ਨਹੀਂ ਰਹੇ ਸੀ ਵੀ ਉਹਨਾਂ ਕੋਲ ਜ਼ਮੀਨਾਂ ਨਹੀਂ ਸੀ ਜਾਂ ਉਹਨਾਂ ਦੇ ਘਰ-ਬਾਰ ਨਹੀਂ ਸੀ ਜਾਂ ਪਰਿਵਾਰ ਨਹੀਂ ਸੀ। ਉਹਨਾਂ ਨੇ ਇੱਕ ਫੈਸਲਾ ਲਿਆ ਵੀ ਇਸ ਮਾਹੌਲ 'ਚ ਰਹਿੰਦੇ ਹੋਏ ਜਿਹੜੀ ਮਾਨਸਿਕ ਗੁਲਾਮੀ 'ਚੋਂ ਅਸੀਂ ਲੰਘ ਰਹੇ ਹਾਂ, ਇਹ ਸਾਨੂੰ ਸਹੀ ਫੈਸਲੇ ਨਹੀਂ ਲੈਣ ਦੇ ਰਹੇ। ਬਿਲਕੁਲ, ਅਸੀਂ ਕਿਤੇ ਨਾ ਕਿਤੇ ਉਸ ਮਾਨਸਿਕ ਗੁਲਾਮੀ ਤੋਂ ਪ੍ਰਭਾਵਿਤ ਹੋ ਕੇ ਫੈਸਲੇ ਲੈਂਦੇ ਆ ਵੀ ਐਂ ਕਰੋ, ਇਹ ਸਾਰੇ ਮਾਹੌਲ ਨੂੰ ਛੱਡ ਕੇ ਹੁਣ ਆਜ਼ਾਦ ਮਾਹੌਲ 'ਚ ਹੋ ਕੇ ਵਿਚਰੋ, ਤਾਂ ਕਿ ਸਾਨੂੰ ਸਮਝ ਆਵੇ ਸਾਡਾ ਲੀਡਰ ਕੌਣ ਆ ਤੇ ਸਾਡਾ ਦੁਸ਼ਮਣ ਕੌਣ ਆ। ਉਹਨਾਂ ਨੇ ਫਿਰ ਉਸ ਆਜ਼ਾਦ ਮਾਹੌਲ 'ਚ ਜਾ ਕੇ ਮੁਗਲ ਸਲਤਨਤ ਦੇ ਨਾਲ ਵੀ, ਅਫਗਾਨੀਆਂ ਦੇ ਨਾਲ ਵੀ, ਉਸ ਵੇਲੇ ਦੀ ਹਕੂਮਤ ਦੇ ਨਾਲ ਦੋ ਹੱਥ ਕੀਤੇ ਤੇ ਉਹ ਇੱਥੋਂ ਤੱਕ ਗੱਲ ਆ ਗਈ ਵੀ ਆਪਦਾ ਰਾਜ ਲੈ ਗਏ। ਉਸ ਵੇਲੇ ਸਿੱਖਾਂ ਨੂੰ ਇਹ ਗੱਲ ਦਾ ਰਤਾ ਭਰ ਉਹਨਾਂ 'ਚ ਇਸ ਗੱਲ ਦਾ ਵਹਿਮ ਨਹੀਂ ਸੀ ਵੀ ਸਾਡਾ ਦੁਸ਼ਮਣ ਕੌਣ ਆ ਤੇ ਸਾਡੇ ਆਗੂ ਕੌਣ ਆ। ਆਪਦੇ ਆਗੂ ਦੀ ਮੋਰਲ ਅਥਾਰਟੀ ਹੁੰਦੀ ਸੀ ਸਰਦਾਰ ਚੜਤ ਸਿੰਘ, ਸਰਦਾਰ ਹਰੀ ਸਿੰਘ ਆਹਲੂਵਾਲੀਆ, ਸਰਦਾਰ ਹਰੀ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਇਹਨਾਂ ਦੀ ਉਹਨਾਂ ਦੀ ਮੋਰਲ ਅਥਾਰਟੀ ਵੀ ਹੁੰਦੀ ਸੀ ਉਹਨਾਂ ਤੇ। ਪਰ ਜਿੱਥੇ ਅਸੀਂ ਆ ਕੇ ਖੜ ਕੇ ਅੱਜ, ਨਾ ਤਾਂ ਸਾਨੂੰ ਇਹ ਪਤਾ ਲੱਗ ਰਿਹਾ ਸਾਡਾ ਦੁਸ਼ਮਣ ਕੌਣ ਆ ਤੇ ਨਾਲ ਸਾਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਸਾਡਾ ਲੀਡਰ ਕੌਣ ਆ, ਸਾਡਾ ਜਰਨੈਲ ਕੌਣ ਆ। ਦੇਖ ਲਓ, ਜੇ ਹਜੇ ਤੱਕ ਅਸੀਂ ਇਹ ਨਹੀਂ ਪਛਾਣ ਸਕੇ, ਹੁਣ ਜਦੋਂ ਆਪਾਂ ਜਰਨੈਲ ਤੇ ਆਗੂ ਦੀ ਗੱਲ ਕਰਦੇ ਆ, ਇੱਕੋ ਇੱਕ ਆਪਾਂ ਕਹਿੰਦੇ ਆ ਨਾ ਕਿ ਬੜੇ ਚੰਗੇ ਨੇ, ਮਤਲਬ ਮੈਂ ਤਾਂ ਇਹ ਦੇਖਿਆ, ਮੈਨੂੰ ਕਿਤੇ ਭਗਵੰਤ ਮਾਨ, ਕਿਤੇ ਕੇਜਰੀਵਾਲ ਦੇ ਵੱਲੋਂ ਵੀ ਇੱਕ ਸਟੋਰੀ ਤੱਕ ਨਹੀਂ ਪਾਈ ਗਈ। ਬਹੁਤ ਵੱਡੀ ਚੀਜ਼ ਸੀ ਦੀਪ, ਠੀਕ ਹੈ। ਸਾਰਾ ਪੰਜਾਬ ਰੋ ਰਿਹਾ ਸੀਗਾ, ਇਹਨਾਂ ਵੱਲੋਂ ਕੁਛ ਨਹੀਂ ਪਾਇਆ ਗਿਆ ਤੇ ਆਪਾਂ ਕਹਿੰਦੇ ਪੰਜਾਬ ਦੇ ਸਗੇ ਆ ਸਾਡੇ। ਸੋਚੋ ਬੜਾ ਆ, ਠੀਕ ਆ ਨਾ। ਪੰਜਾਬ 'ਚ ਇਹਨਾਂ ਨਾਲ ਚਲੋ ਸਭ ਕੁਝ ਕੀਤਾ, ਬਾਦਲ ਨੇ ਕੀਤਾ, ਚੰਡੀ ਹੋਰਾਂ ਨੇ ਕੀਤਾ, ਸਭ ਬੜੇ, ਮੈਂ ਕਿਸੇ ਨੂੰ ਸਹੀ ਨਹੀਂ ਮੰਨਦਾ ਹੈਗਾ, ਠੀਕ ਹੈ। ਘੱਟ ਤੋਂ ਘੱਟ ਐਟਲੀਸਟ ਉਹਨਾਂ ਨੇ ਇੱਕ ਸ਼ਰਧਾਂਜਲੀ ਤਾਂ ਦਿੱਤੀ ਸਟੋਰੀ ਪਾ ਕੇ, ਹੈ ਨਾ, ਠੀਕ ਹੈ। ਪਿੱਛੇ ਭਾਵੇਂ ਹੱਸਦੇ ਹੀ ਹੋਣ, ਠੀਕ ਆ। ਮੈਂ ਗਾਣੇ 'ਚ ਵੀ ਕਿਹਾ ਸੀਗਾ ਕਿ ਸਟੋਰੀਆਂ ਪੋਸਟਾਂ 'ਤੇ ਨਾ ਜਾਏ, ਪਿੱਛੋਂ ਹੱਸਦੇ ਹੀ ਹੁੰਦੇ, ਬਟ ਉਹਨਾਂ ਕੋਲ ਤਾਂ ਇੰਨੀ ਹਿੰਮਤ ਵੀ ਨਹੀਂ ਹੋਈ ਕਿ ਉਹ ਇੰਨਾ ਕੀ ਕਰ ਸਕਣ। ਉਹ ਯਾਰ ਕੁਛ ਪੁੱਛ ਲਓ ਇਹਨਾਂ ਨੂੰ, ਇੱਕੋ ਹੀ ਗੱਲ ਕਹਿੰਦੇ ਨੇ, ਸਾਨੂੰ ਜਿਤਾ ਦਿਓ, ਅਸੀਂ ਫੇਰ ਕਰਕੇ ਵਿਖਾਵਾਂਗੇ, ਜਿਤਾ ਦਿਓ, ਫੇਰ ਕਰਕੇ ਵਿਖਾਵਾਂਗੇ।
ਯਾਰ ਤੁਸੀਂ ਪੰਜਾਬ ਨੂੰ ਤਾਂ ਤੁਸੀਂ ਏਦਾਂ ਕਰਦੇ ਹੋ, ਯਾਰ 1000 ਰੁਪਏ ਦੇ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ, ਮਤਲਬ ਤੁਸੀਂ ਰਿਸ਼ਵਤਾਂ ਦੇ ਦੇ ਕੇ ਤਾਂ ਤੁਸੀਂ ਵੋਟਾਂ ਲੈ ਰਹੇ ਹੋ, ਤੇ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਡੇ ਲਈ ਕੁਝ ਕਰਾਂਗੇ। ਸਾਫ ਸੁਥਰਾ ਤੇ ਜਿਹਨੇ 40 ਸਾਲਾਂ ਦਾ ਸੰਘਰਸ਼ ਜਿਹਦੇ ਪਿੱਛੇ ਪਿਆ, ਜਿਨ੍ਹਾਂ ਨੇ ਸਾਡੇ ਖਾਤਰ ਜੇਲ੍ਹਾਂ ਵੀ ਕੱਟੀਆਂ, ਜਿਨ੍ਹਾਂ ਨੇ ਸਾਡੀ ਖਾਤਰ ਤਸੀਹੇ ਵੀ ਸਹੇ, ਜਿਨ੍ਹਾਂ ਨੇ ਕੋਈ ਆਪਦੇ ਪਰਸਨਲ ਇੰਟਰਸਟ ਜਾਂ ਆਪਦੀ ਪਾਰਟੀ ਦੇ ਇੰਟਰਸਟ ਖਾਤਰ ਕੋਈ ਸਮਝੌਤੇ ਵੀ ਨਹੀਂ ਕੀਤੇ। ਇੱਕੋ ਇੱਕ ਬੰਦਾ ਦੀਦਾ, ਉਹ ਸਰਦਾਰ ਸਿਮਰਨਜੀਤ ਸਿੰਘ ਮਾਨ। ਬਿਲਕੁਲ। ਸਤਿ ਸ੍ਰੀ ਅਕਾਲ। ਸੋ ਜੇ ਕੋਈ ਸਿਮਰਨਜੀਤ ਸਿੰਘ ਮਾਨ ਜਿਹਨੂੰ ਮਾੜੇ ਕਹਿਣ ਵਾਲੇ, ਇਹ ਵੀ ਜਾਣ ਲਓ ਕਿ ਉਹਨਾਂ ਦੇ ਪੈਰ ਦੇ ਵਿੱਚ ਇੱਕ ਵੀ ਨਾਖੂਨ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਜਦੋਂ ਜੇਲ੍ਹ 'ਚ ਸੀਗੇ 84 ਤੋਂ ਬਾਅਦ, ਉਹਨਾਂ ਨੂੰ ਇਲੈਕਟ੍ਰਿਕ ਸ਼ੌਕ ਦਿੱਤੇ ਗਏ ਉਹਨਾਂ ਦੇ ਪੈਰਾਂ ਤੇ, ਜਿਨ੍ਹਾਂ ਨਾਲ ਉਹਨਾਂ ਦੇ ਪੈਰ ਦੇ ਵਿੱਚ ਇੱਕ ਵੀ ਨਾਖੂਨ ਨਹੀਂ ਹੈਗਾ। ਸਭ ਕੁਝ ਹੈਗਾ, ਤੁਸੀਂ ਚਾਹੇ ਇਹ ਚੀਜ਼ ਆਨਲਾਈਨ YouTube ਤੇ ਵੀਡੀਓ ਤੱਕ ਪਈ ਹੈ, ਤੁਸੀਂ ਦੇਖ ਸਕਦੇ ਹੋ। ਫਿਰ ਅਸੀਂ ਕਿਹਾ ਅਸੀਂ ਤੌਮਤਾਂ ਲਾਉਂਦੇ ਇਹੋ ਜਿਹੇ ਬੰਦਿਆਂ ਦੇ, ਤੇ ਅਸੀਂ ਵਿਸ਼ਵਾਸ ਕਰਦੇ ਉਹਨਾਂ ਬੰਦਿਆਂ ਦੇ ਜਿਹੜੇ ਰੋਜ਼ ਬਹਿ ਕੇ ਰਾਤ ਨੂੰ ਦਾਰੂਆਂ ਪੀਂਦੇ ਨੇ, ਫੀਮਾਂ ਖਾਂਦੇ ਨੇ, ਠੀਕ ਹੈ, ਫੀਮਾਂ ਖੜ ਸਟੇਜ ਤੇ ਚੜ੍ਹਦੇ ਨੇ, ਤੇ ਤੁਹਾਨੂੰ ਵੀ ਦਾਰੂ ਵੰਡਦੇ, ਤੁਹਾਡੇ ਨਿਆਣਿਆਂ ਨੂੰ ਚਿੱਟਾ ਵੰਡਦੇ ਨੇ ਯਾਰ ਉਹ ਲੋਕ, ਠੀਕ ਆ। ਕੋਈ ਤੁਹਾਨੂੰ ਹੋਰ ਬੰਦਾ ਸਾਰੇ ਪੰਜਾਬ 'ਚ ਕੋਈ ਦੀਂਦਾ ਤੇ ਮੈਨੂੰ ਹੱਥ ਖੜ ਕੇ ਉਹਦਾ ਖੜਾ ਕਰਕੇ ਉਹਦਾ ਨਾਂ ਲੈ ਲਓ। ਬਿਲਕੁਲ। ਜਾਂ ਇੱਕ ਕੰਮ ਆਪਾਂ ਹੋਰ ਕਰ ਲੈਂਦੇ ਆ, ਇੱਕ ਪਾਸੇ ਬਾਈ ਇੱਥੇ ਝਾੜੂ ਪਿਆ ਹੋ ਕੋਈ ਹੱਥ 'ਚ, ਆ ਮੈਨੂੰ ਫੜਾਓ ਝਾੜੂ ਜੇ ਪਿਆ ਤਾਂ, ਇੱਕ ਪਾਸੇ ਮੈਂ ਝਾੜੂ ਫੜ ਲੈਣਾ ਤੇ ਇੱਕ ਪਾਸੇ ਸ਼੍ਰੀ ਸਾਹਿਬ ਫੜ ਲੈਣਾ। ਹਨਾ, ਆਪਦੇ ਦਿਲ ਤੋਂ ਪੁੱਛ ਲਿਓ ਵੀ ਕਿਹਨੂੰ ਤੁਸੀਂ ਕਿਹੜੀ ਚੀਜ਼ ਨੂੰ ਜਾ ਕੇ ਹੱਥ ਪਾਓਗੇ। ਆ ਝਾੜੂ ਵੀ ਫੜਾਓ ਯਾਰ, ਆਪਾਂ ਦੇਖੀਏ ਕਿੱਥੇ ਜਾ ਕੰਮ। ਹੁਣ ਤੁਸੀਂ ਕੀ ਬਣਨਾ ਇਹ ਤੁਸੀਂ ਦੇਖੋ। ਬਹੁਤ ਵੱਡੀ ਸਟੇਟਮੈਂਟ ਆ ਸੀ ਇਸ ਬੰਦੇ ਦੀ, ਬਹੁਤ ਵੱਡੀ। ਇਹ ਆਪਾਂ ਪ੍ਰਤਾਖੀ ਕਰ ਦਈਏ ਗੱਲ। ਥੋੜਾ ਜਿਹਾ ਹੁਣ 2 ਮਿੰਟ ਇੱਧਰ ਹੋ ਜਾਵੇ। ਹਾਂਜੀ, ਇਹਨਾਂ ਨੇ ਜਾਂ ਤਾਂ ਤੁਹਾਨੂੰ ਲਾਂਗਰੀ ਬਣਾ ਦੇਣਾ ਤੇ ਜਾਂ ਸੇਵਾਦਾਰ ਬਣਾ ਦੇਣਾ, ਜੁਝਾਰੂ ਨਹੀਂ ਰਹਿਣ ਦੇਣਾ, ਨਾ ਮੁਸਲਮਾਨ ਕੌਮ ਨੂੰ ਰਹਿਣ ਦੇਣਾ, ਨਾ ਸਿੱਖਾਂ ਨੂੰ ਰਹਿਣ ਦੇਣਾ। ਲੋ ਆ ਤੁਸੀਂ ਮੈਨੂੰ ਆਪਦੇ ਦਿਲ ਤੋਂ ਪੁੱਛ ਲਓ, ਮੈਨੂੰ ਜਵਾਬ ਦੇਣ ਦੀ ਲੋੜ ਵੀ ਨਹੀਂ ਆ ਵੀ ਕਿਹੜੀ ਚੀਜ਼ ਸਾਡੀ ਆ, ਕਿਹੜੀ ਚੀਜ਼ ਸਾਡੇ ਗੁਰੂ ਨੇ ਸਾਨੂੰ ਦਿੱਤੀ ਆ। ਹੁਣ ਯਾਰ ਇਹਨੂੰ ਫੜਾਂਗੇ ਫਿਰ ਤਾਂ ਸ਼ਰਮ ਨਾਲ ਹੀ ਮਰ ਜੀਏ ਅਸੀਂ, ਫਿਰ ਤਾਂ ਫੜਨਾ ਤਾਂ ਬਾਈ ਜੀ ਇਹਨੂੰ ਹੀ ਪਊਗਾ। ਇਸ ਨੂੰ ਆਪਦਾ ਸਰੀਰ ਦਾ ਅੰਗ ਬਣਾਉਣਾ ਪਊਗਾ। ਇਹੀ ਗੁਰੂ ਸਾਹਿਬ ਸਾਡੇ ਨਾ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਸ਼੍ਰੀ ਸਾਹਿਬ ਨੂੰ ਜਾਂ ਕਿਰਪਾਨ ਜਾਂ ਤਲਵਾਰ, ਜੋ ਵੀ ਤੁਸੀਂ ਕਹਿ ਸਕਦੇ ਹੋ, ਉਹਨੂੰ ਇੱਕ ਸਿੱਖ ਜਦੋਂ ਅੰਮ੍ਰਿਤ ਛਕਿਆ ਹੋਇਆ ਉਸ ਤੋਂ ਬਾਅਦ ਉਹਨੂੰ ਕੈਰੀ ਕਰ ਸਕਦਾ ਕਿਤੇ ਵੀ ਪੂਰੇ ਇੰਡੀਆ ਦੇ ਵਿੱਚ। ਕੋਈ ਐਸੀ ਥਾਂ ਨਹੀਂ ਜਿੱਥੇ ਉਹਨੂੰ ਰੋਕਿਆ ਜਾਵੇਗਾ, ਠੀਕ ਹੈ। ਤੇ ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਜਿਤਾਇਆ ਗਿਆ, ਉਹਨਾਂ ਨੂੰ ਪਾਰਲੀਮੈਂਟ ਵਿੱਚ ਕਹਿੰਦੇ ਕਿ ਤੁਸੀਂ ਇਹ ਨਹੀਂ ਲੈ ਕੇ ਜਾ ਸਕਦੇ, ਇਹ ਇੱਕ ਹਥਿਆਰ ਹੈ, ਠੀਕ ਹੈ। ਇਹਦਾ ਮਤਲਬ ਇਹ ਲੋਕ ਕਨਸਟੀਟਿਊਸ਼ਨ ਨੂੰ ਖੁਦ ਨਹੀਂ ਮੰਨਦੇ ਹੈਗੇ, ਹੈਨਾ। ਸੋ ਯਾਰ ਸੋਚੋ ਥੋੜਾ ਜਿਹਾ, ਜ਼ਿਆਦਾ ਨਾ ਮਤਲਬ ਥੋੜਾ ਜਿਹਾ ਸੋਚੋ। ਨੇ ਸਾਨੂੰ ਪਛਾਣ ਦਿੱਤੀ ਆ। ਜਿਹੜੇ ਕਹਿੰਦੇ ਨਾ ਹਥਿਆਰਾਂ ਦੀ ਲੜਾਈ ਨਹੀਂ ਆ, ਇੱਕ ਗੱਲ ਆਪਾਂ ਸਮਝ ਲਈਏ, ਜੇ ਹਥਿਆਰਾਂ ਦੀ ਲੜਾਈ ਨਹੀਂ ਆ ਤਾਂ ਹਿੰਦੁਸਤਾਨ ਆਪਦੀ ਆਰਮੀ ਤੇ, ਆਪਦੀ 에ਅਰਫੋਰਸ ਤੇ, ਆਪਦੀ ਨੇਵੀ ਤੇ ਇੰਨੇ ਪੈਸੇ ਕਿਉਂ ਲਾਉਂਦਾ, ਐਡਾ ਵੱਡਾ ਡਿਫੈਂਸ ਬਜਟ ਕਿਉਂ ਰੱਖਦਾ। ਬਿਲਕੁਲ। ਅਮਰੀਕਨ ਆਰਮੀ ਐਡੀ ਸਟਰੋਂਗ, ਟੈਕਨੋਲੋਜੀ ਵਾਈਜ਼ ਵੀ ਐਡੀ ਇਕਵਿਪਡ ਆ, ਉਹ ਇੰਨੇ ਜ਼ਿਆਦਾ ਉਹਨਾਂ ਕੋਲੇ ਟੈਕਨੋਲੋਜੀ। ਅੱਜ ਕੱਲ ਉਹ 에ਅਰਫੋਰਸ ਤਾਂ ਉੱਥੇ ਐਗਜ਼ਿਸਟ ਹੀ ਨਹੀਂ ਕਰਦੀ, ਡਰੋਨਸ ਤੇ ਹੀ ਲੜਾਈ ਲੜ ਲੈਣਗੇ ਉਹ, ਜੇ ਉਹਨਾਂ ਦੀ ਕਿਤੇ ਲੜਾਈ ਹੁੰਦੀ ਆ ਤਾਂ। ਉਹ ਕਿਉਂ ਇੰਨਾ ਪੈਸਾ ਲਾਉਂਦੇ ਆ ਟੈਕਨੋਲੋਜੀ ਐਡਵਾਂਸ ਕਰਨ ਵਾਸਤੇ, ਹਥਿਆਰ ਐਡਵਾਂਸ ਕਰਨ ਵਾਸਤੇ। ਇਹਦਾ ਮਤਲਬ ਇੱਕੋ ਹੀ ਆ ਵੀ ਅੱਜ ਵੀ ਲੜਾਈ ਤੇ ਅੱਜ ਵੀ ਚੱਲਦੀ ਉਹਦੀ ਆ ਜਿਹਦਾ ਦਬਦਬਾ ਕਾਇਮ ਆ। ਜਿਹਦਾ ਦਬਦਬਾ ਕਾਇਮ ਨਹੀਂ ਆ ਨਾ, ਹੁਣ ਸਾਨੂੰ ਸਾਡੇ ਜਰਨੈਲਾਂ ਦਾ ਨਹੀਂ ਪਤਾ, ਸਾਨੂੰ ਸਾਡੇ ਦੁਸ਼ਮਣਾਂ ਦਾ ਨਹੀਂ ਪਤਾ। ਜਰਨੈਲ ਅਸੀਂ ਬਣਾ ਲੈਂਦੇ ਆ ਜਿਹੜੇ ਝਾੜੂ ਚੱਕੀ ਫਿਰਦੇ ਆ, ਤੇ ਦੁਸ਼ਮਣ ਅਸੀਂ ਆਪਦਿਆਂ ਨੂੰ ਹੀ ਸਮਝ ਲੈਂਦੇ ਆ, ਗਦਾਰ ਆਪਦਿਆਂ ਨੂੰ ਹੀ ਸਮਝ ਲੈਂਦੇ ਆ। ਫਿਰ ਸਾਡਾ ਭਲਾ ਕਿੱਥੋਂ ਹੋ ਜਾਊਗਾ। ਸੋ ਇਸ ਕਰਕੇ ਸਾਡੇ ਵਕਾਰ ਤੇ ਸਾਨੂੰ ਸੌਖੀ ਗੱਲ ਕਰਨ ਵਾਲਾ ਚੰਗਾ ਲੱਗਦਾ, ਸਾਨੂੰ 1000 ਰੁਪਈਆ ਦੇਣ ਵਾਲਾ ਚੰਗਾ ਲੱਗਦਾ, ਸਾਨੂੰ ਕਿਰਪਾਨ ਫੜਨ ਵਾਲਾ ਚੰਗਾ ਨਹੀਂ ਲੱਗਦਾ, ਸਾਨੂੰ ਆਪਣੇ ਹੱਕ ਦੀ ਗੱਲ ਕਰਨ ਵਾਲਾ, ਸਾਨੂੰ ਧਰਨੇ ਲਾਉਣ ਵਾਲਾ ਚੰਗਾ ਨਹੀਂ ਲੱਗਦਾ। ਇਹ ਗੱਲ ਆ ਗਈ ਆ
ਜਿੱਤ ਮਾਨ ਸਾਹਿਬ ਦੀ ਜਿੱਤ ਹਾਰ ਨਹੀਂ ਆ ਬਾਈ ਜੀ, ਜਿੱਤ ਸਾਡੀ ਹਾਰ ਕੌਮ ਦੀ ਸਾਡੀ ਆ। ਮਾਨ ਸਾਹਿਬ ਨੂੰ ਐਮਐਲਏ ਐਮਪੀ ਇਹ ਅਹੁਦਿਆਂ ਨਾਲ ਫਰਕ ਨਹੀਂ ਪੈਂਦਾ, ਪਰ ਸਾਡਾ ਇੱਕ ਆਗੂ, ਸਾਡਾ ਇੱਕ ਜਰਨੈਲ ਜਿਹੜਾ ਸਾਡੀ ਗੱਲ ਕਰ ਸਕੇ ਜਾ ਕੇ, ਫਰਕ ਉੱਥੇ ਪਊਗਾ ਸਾਨੂੰ। ਹੁਣ ਇਹਦੇ 'ਚ ਵੀ ਇੱਕ ਬਹੁਤ ਬੰਦਿਆਂ ਦਾ ਜਿਹੜਾ ਇਹਦੇ 'ਚ ਇੱਕ ਆਬਜੈਕਸ਼ਨ ਇਹ ਹੁੰਦਾ ਜਾਂ ਉਹਨਾਂ ਦਾ ਲਾਂਭਾ ਇਹ ਹੁੰਦਾ ਵੀ ਯਾਰ ਚੋਣਾਂ ਜਿਹੜਾ ਇਹਨੇ ਸਾਡਾ ਕੁਝ ਸਵਾਰਨਾ ਤਾਂ ਹੈ ਨਹੀਂ। ਇੱਕ ਧਿਰ ਇਹ ਵੀ ਹੁੰਦੀ ਹੈ ਜਿਹੜੀ ਸਿੱਖਾਂ ਦੀ ਲੜ ਰਹੀ ਆ ਵੀ ਚੋਣਾਂ ਸਵਾਰਦੀਆਂ ਤਾਂ ਕੁਝ ਹੈ ਨਹੀਂ, ਤੁਸੀਂ ਆ ਕੇ ਲੜੋ, ਜਾਂ ਤਾਂ ਬੌਧਿਕ ਪੱਧਰ ਤੇ ਲੜੋ ਜਾਂ ਕੋਈ ਡਾਂਗ ਸੋਟੇ ਵਾਲੀ ਲੜਾਈ ਲੜੋ। ਆਪਸ 'ਚ ਇਹਨਾਂ ਦੀ ਵੀ ਕੋਆਰਡੀਨੇਸ਼ਨ ਨਹੀਂ ਬਣਦੀ। ਉਹ ਕਹਿੰਦੇ ਆ ਵੀ ਤੇਰਾ ਤਰੀਕਾ ਗਲਤ ਆ, ਉਹ ਕਹਿੰਦੇ ਤੇਰਾ ਤਰੀਕਾ ਗਲਤ ਆ। ਜਦੋਂ ਕੌਮਾਂ ਲੜਦੀਆਂ ਸੰਘਰਸ਼ ਕਰ ਰਹੀਆਂ ਹੋਣ ਨਾ, ਫਿਰ ਜਿਹੜੇ ਡਾਂਗ ਸੋਟੇ ਵਾਲੇ ਆ ਉਹਨਾਂ ਦੀ ਕੋਆਰਡੀਨੇਸ਼ਨ ਜਿਹੜੇ ਚੋਣਾਂ 'ਚ ਉਹਨਾਂ ਨਾਲ ਹੋਣੀ ਚਾਹੀਦੀ ਆ, ਜਿਹੜੇ ਸਾਡੀ ਕੌਮੀਅਤ ਦੀ ਗੱਲ ਕਰਦੇ ਆ, ਸਾਡੀ ਸੋਵਰੇਨਟੀ ਦੀ ਗੱਲ ਕਰਦੇ ਆ, ਜਿਹੜੇ ਬੌਧਿਕ ਪੱਧਰ ਤੇ ਕੰਮ ਕਰਦੇ ਆ, ਇੰਟੈਲੈਕਚੁਅਲ ਪੱਧਰ ਤੇ ਕੰਮ ਕਰਦੇ ਆ, ਉਹਨਾਂ ਦੀ ਕੋਆਰਡੀਨੇਸ਼ਨ ਵੀ ਇਹਨਾਂ ਨਾਲ ਹੋਣੀ ਚਾਹੀਦੀ ਆ। ਇਹਨਾਂ ਦੀ ਆਪਸ 'ਚ ਇੱਕ ਕੋਆਰਡੀਨੇਸ਼ਨ ਬਣੇ, ਫੇਰ ਕੌਮਾਂ ਤੋਂ ਲੜਿਆ ਜਾਂਦਾ ਹੁੰਦਾ ਕੋਈ ਸੰਘਰਸ਼, ਫੇਰ ਕੌਮਾਂ ਆਪਦੀ ਪਛਾਣ ਖਾਤਰ, ਆਪਦੇ ਫਲਸਫਿਆਂ ਖਾਤਰ, ਆਪਦੇ ਅਕੀਦਿਆਂ ਖਾਤਰ ਲੜਦੀਆਂ। ਹੁਣ ਗੱਲ ਸਾਡੇ ਤੇ ਆ ਵੀ ਸਾਨੂੰ ਪਛਾਣ ਆ ਕਿ ਨਹੀਂ, ਸਾਡਾ ਦੁਸ਼ਮਣ ਕੌਣ ਆ। ਜਿਹੜੇ ਤੁਹਾਡੇ ਹੱਥਾਂ 'ਚ ਝਾੜੂ ਫੜਾਉਂਦੇ ਆ ਜਾਂ ਜਿਹੜੇ ਤੁਹਾਡੇ ਹੱਥਾਂ 'ਚ ਆ ਹਾਥੀਆਂ ਦਿਖਾ ਦਿੰਦੇ ਆ ਕਾਂਗਰਸ ਵਾਲੇ ਤੇ ਉਧਰੋਂ ਭਾਜਪਾ ਵਾਲੇ, ਆਰਐਸਐਸ ਵਾਲੇ, ਇਹ ਸਾਡਾ ਕਦੇ ਕੋਈ ਲੀਡਰਸ਼ਿਪ ਨਹੀਂ ਹੋ ਸਕਦੀ। ਇਹ ਤਾਂ ਸਾਡੇ ਦੁਸ਼ਮਣ ਵੀ ਆ ਤੇ ਸਾਡੇ ਜਰਨੈਲ ਨਹੀਂ ਆ। ਇਹ ਅਸਲ ਜਰਨੈਲ ਨੂੰ ਪਛਾਣੋ ਜਿਹੜਾ ਤੁਹਾਨੂੰ ਕਹਿੰਦਾ ਆ ਗੁਰੂ ਸਾਹਿਬ ਦੀ ਦਿੱਤੀ ਹੋਈ ਆ, ਇਹ ਸਾਡੀ ਖੁਦ ਮੁਖਤਿਆਰੀ ਤੇ ਸਾਡੀ ਸੋਵਰੇਨਟੀ ਦਾ ਪ੍ਰਤੀਕ ਆ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਹਦੇ 'ਚ ਇੰਨਾ ਅਮਨ ਕਾਨੂੰਨ ਸੀ ਵੀ ਪਿੰਡਾਂ 'ਚ ਲੋਕਾਂ ਨੇ ਹਥਿਆਰ ਵਾਪਸ ਦੇਣੇ ਸ਼ੁਰੂ ਕਰਤੇ। ਮਹਾਰਾਜੇ ਨੇ ਫਰਮਾਨ ਭੇਜਿਆ, ਕਹਿੰਦਾ ਇਹ ਕੰਮ ਨਾ ਕਰਿਓ, ਹਥਿਆਰ ਆਪਦੇ ਘਰਾਂ 'ਚੋਂ ਗੰਡਾਸੇ ਟਕੂਏ ਸ਼੍ਰੀ ਸਾਹਿਬ ਵਾਪਸ ਨਾ ਦੇ ਦਿਓ ਕਿਤੇ, ਜਾਂ ਜਿਨ੍ਹਾਂ ਕੋਲੇ ਵਿਰਲਿਆਂ ਕੋਲੇ ਉਦੋਂ ਬੰਦੂਕਾਂ ਸੀ। ਕਹਿੰਦਾ ਜੇ ਕੱਲ ਨੂੰ ਮੈਂ ਹੀ ਤੁਹਾਡੇ ਤੇ ਚੜ ਕੇ ਆ ਗਿਆ ਤੇ ਤੁਸੀਂ ਆਪਣੀ ਸਵਾਰ ਰੱਖਿਆ ਕਿਵੇਂ ਕਰੋਗੇ? ਬਿਲਕੁਲ। ਇਹ ਸਾਡੇ ਜਰਨੈਲ ਮਹਾਰਾਜਾ ਰਣਜੀਤ ਸਿੰਘ ਕੋਲੇ ਇਹ ਇੰਨਾ ਬੌਧਿਕ ਪੱਧਰ ਸੀਗਾ, ਉਹਨੂੰ ਆਏ ਸੀ ਵੀ ਜੇ ਸਟੇਟ ਵੀ ਤੁਹਾਡੇ ਤੇ ਚੜ ਕੇ ਆਉਂਦਾ ਨਾ ਤੇ ਤੁਹਾਡੇ ਕੋਲੇ ਆਪਦੀ ਸਵੈ ਰੱਖਿਆ, ਆਪਦੀ ਖੁਦ ਮੁਖਤਿਆਰੀ ਦਾ ਹੱਕ, ਤੁਹਾਡੇ ਕੋਲੇ ਅਧਿਕਾਰ ਹੋਣਾ ਚਾਹੀਦਾ। ਤੇ ਜਿਹੜੇ ਜਰਨੈਲ ਨੇ ਇਹਨੂੰ ਆਪਦੇ ਤੋਂ ਪਾਸੇ ਨਹੀਂ ਕੀਤਾ, ਉਹਨੇ ਖੁਦ ਮੁਖਤਿਆਰੀ ਤੇ ਸੋਵਰੇਨਟੀ ਤੇ ਪਹਿਰਾ ਦਿੱਤਾ, ਗੁਰੂ ਸਾਹਿਬ ਦੀ ਦਿੱਤੀ ਹੋਈ ਸੋਚ ਤੇ ਪਹਿਰਾ ਦਿੱਤਾ। ਸਾਡੇ ਕੋਲੇ ਕੀ ਹੱਕ ਆ ਵੀ ਅਸੀਂ ਉਹਨੂੰ ਸਵਾਲ ਕਰ ਲਈਏ? ਸਾਡੇ ਕੋਲੇ ਕੋਈ ਹੱਕ ਨਹੀਂ ਅਸੀਂ ਉਹਨੂੰ ਸਵਾਲ ਕਰੀਏ। ਸੋ ਗੱਲ ਜ਼ਮੀਰਾਂ ਦੀ ਆ, ਜ਼ਮੀਨਾਂ ਦੀ ਨਹੀਂ। ਮਸਲਾ ਨਸਲਾਂ ਦਾ, ਫਸਲਾਂ ਦਾ ਨਹੀਂ, ਲੜਾਈ ਚੋਣਾਂ ਦੀ ਨਹੀਂ ਆ, ਹੋਂਦ ਦੀ ਆ। ਬਸ ਇੱਥੇ ਹੀ ਗੱਲ ਆਪਾਂ ਖਤਮ ਕਰਦੇ ਆ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਗਵਾ ਤੇ ਲਿਆਈ ਆ, ਹੁਣ ਸੋਚਦੇ ਘੱਟ ਤੋਂ ਘੱਟ ਪਹਿਰਾ ਦੇ ਲਈਏ। ਬਹੁਤ ਵੱਡੀ ਚੀਜ਼ ਸੀ ਯਾਰ। ਇੱਕ ਦੋ ਕੋਇਨਸੀਡੈਂਸ ਵੀ ਹੈਗੇ ਨੇ, ਜਿਵੇਂ ਸੰਤ ਭਿੰਡਰਾਂਵਾਲੇ ਜੀ ਦੀ ਉਮਰ ਵੀ 37 ਸਾਲ ਸੀ, ਦੀਪ ਸਿੱਧੂ ਬਾਈ ਦੀ ਉਮਰ ਵੀ 37 ਸਾਲ ਸੀ। ਉਹ 47 'ਚ ਜਨਮੇ, 84 'ਚ ਪੂਰੇ ਹੋਏ, ਇਹ 84 'ਚ ਜਨਮਿਆ ਤੇ 22 'ਚ ਪੂਰਾ ਹੋਇਆ। ਕੀ ਪਤਾ ਅੱਜ ਕੋਈ 22  'ਚ ਵੀ ਜੰਮਿਆ ਹੋਵੇ, ਹਨਾ, ਜਿਹੜਾ ਅੱਜ ਤੋਂ ਫੇਰ ਆਊਗਾ ਕੋਈ 30-32 ਸਾਲ ਬਾਅਦ। ਤੇ ਅਸੀਂ 30-32 ਸਾਲ ਤੱਕ ਵੇਟ ਕਰੀਏ ਉਹਦੀ, ਮਤਲਬ ਅਸੀਂ ਵੇਟ ਕਰੀਏ ਕਿ ਫੇਰ ਕੋਈ ਆਵੇ ਕਿ ਜਾਣਾ ਸਾਨੂੰ ਪੰਜਾਬ ਨੂੰ 30-32 ਸਾਲ ਬਸ ਸੁੱਤੇ ਹੋਏ ਨੂੰ ਫੇਰ ਜਗਾਵੇ, ਜਾਂ ਅਸੀਂ ਆਪ ਸਾਰੇ ਜਾਣੇ ਥੋੜਾ ਖੜੇ ਹੋਈਏ, ਹਨਾ, ਆਪਣੀ ਕੁਰਸੀਆਂ ਤੋਂ ਖੜੇ ਹੋਣਾ ਸਿੱਖੀਏ ਜੀ। ਅਸੀਂ ਪਛਾਣਨਾ ਸਿੱਖੀਏ ਕੌਣ ਸਾਡਾ ਆਪਣਾ, ਕੌਣ ਮਾੜਾ ਹੈ। ਅਸੀਂ ਕਿਸੇ ਨੂੰ ਵੀ ਮਾੜਾ ਬੋਲ ਦਿੰਦੇ ਹਾਂ ਕਿਸੇ ਨੂੰ ਸੁਣ ਕੇ ਆਨਲਾਈਨ ਜਾਂ ਟੀਵੀ ਤੇ। ਅਸੀਂ ਜਾਂ ਫਿਰ ਅਸੀਂ ਕਿਸੇ ਨੂੰ ਬੈਠੇ ਕਿਸੇ ਦੀ ਗੱਲ ਸੁਣ ਕੇ ਵੀ ਅਸੀਂ ਕਿਸੇ ਨੂੰ ਮਾੜਾ ਕਹਿ ਦਿੰਦੇ ਹਾਂ। ਸਾਨੂੰ ਹਰ ਕਿਸੇ ਦੀ ਐਕਚੁਅਲ 'ਚ ਜਾਂਚ ਪੜਤਾਲ ਕਰਨੀ ਚਾਹੀਦੀ, ਆਪਣੇ ਖੁਦ ਦੇ ਪੱਧਰ ਤੇ ਇੰਡੀਪੈਂਡੈਂਟਲੀ। ਸਾਨੂੰ ਇਹ ਜਾਣਨਾ ਚਾਹੀਦਾ ਕਿ ਤੇ ਪਤਾ ਕਰਨਾ ਚਾਹੀਦਾ ਕਿ ਉਹ ਐਕਚੁਅਲ 'ਚ ਬੰਦਾ ਮਾੜਾ ਹੈ, ਐਕਚੁਅਲ 'ਚ ਬੰਦਾ ਗਲਤ ਹੈ, ਜਾਂ ਜੇ ਸਿਰਫ ਅਸੀਂ ਉਹ ਬੋਲ ਰਹੇ ਹਾਂ, ਹਨਾ। ਸੋ ਬਾਕੀ ਯਾਰ ਆਪਣਾ ਧਿਆਨ ਰੱਖੋ ਸਾਰਿਆਂ ਨੇ, ਠੀਕ ਹੈ। ਸਤਿ ਸ਼੍ਰੀ ਅਕਾਲ।